ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਸੀ, ਅਗਰ ਕੋਈ ਵੀ ਕਿਤੇ ਨੇੜੇ ਦੂਰੋਂ ਬੇਦੀ ਵੰਸ਼ ਸ਼ੁਭ ਕੁਲ ਆਵੇ ਤਾਂ ਖਾਸ ਕਰ ਆਸਣ ਆਰਾਮ ਭੋਜਨ ਸੇਵਾ ਲਈ ਸੇਵਕਾਂ ਦੀ ਡਿਊਟੀ ਲਗਾ ਦੇਣੀ ਹੈ। ਜਿਤਨੇ ਵੀ ਦਿਨ ਉਹ ਰੁਕਣ ਉਹਨਾਂ ਦੀ ਪ੍ਰੇਮ ਨਾਲ ਸੇਵਾ ਕਰਨੀ ਹੈ। ਫਿਰ ਉਹਨਾਂ ਦੇ ਜਾਣ ਸਮੇਂ ਇੱਕ ਘੋੜਾ, ਤਲਵਾਰ, ਪੁਸ਼ਾਕ ਤੇ 500 ਮੋਹਰ ਭੇਟ ਕੀਤੀ ਜਾਂਦੀ ਸੀ। ਇਹ ਦਸਵੇਂ ਪਾਤਸ਼ਾਹ ਕਲਗੀਧਰ ਜੀ ਮਹਾਰਾਜ ਜੀ ਦਾ ਹੁਕਮ ਸੀ। ਇਹ ਜਸ ਸੁਣ ਕੇ ਇੱਕ ਸੁਨਿਆਰਾ ਲਾਲਚ ਵਿੱਚ ਆ ਗਿਆ ਕਿ ਘੋੜਾ, ਤਲਵਾਰ, 500 ਮੋਹਰਾਂ ਤੇ ਪੁਸ਼ਾਕ ਮੈਨੂੰ ਕਿਵੇਂ ਮਿਲੇਗੀ। ਇਹ ਵੀ ਊਨਾ ਸ਼ਹਿਰ ਦਾ ਹੀ ਵਾਸੀ ਸੀ। ਉਸਨੇ ਗੁਰਾਂ ਨਾਲ ਠੱਗੀ ਮਾਰਨ ਦੀ ਬਣਤਰ ਬਣਾ ਲਈ। ਆਪਦੇ ਨਾਲ 4 ਸਾਥੀ ਹੋਰ ਲੈ ਲਏ ਤੇ ਅਨੰਦਪੁਰ ਸਾਹਿਬ ਪਹੁੰਚ ਗਿਆ। ਦਸ਼ਮੇਸ਼ ਪਿਤਾ ਜੀ ਦੇ ਹਜੂਰੀਏ ਤੇ ਪਹਿਰੇਦਾਰਾਂ ਨੂੰ ਜਾ ਕੇ ਫਤਿਹ ਬੁਲਾ ਕੇ ਆਖਿਆ ਕਿ ਅਸੀਂ ਬੇਦੀ ਕੁਲ ਦੇ ਲੜਕੇ ਹਾਂ, ਊਨਾ ਤੋਂ ਆਏ ਹਾਂ। ਇਹ ਸੰਦੇਸ਼ ਹਜੂਰੀ ਸਿੱਖ ਨੇ ਦਸ਼ਮੇਸ਼ ਪਿਤਾ ਜੀ ਪਾਸ ਪਹੁੰਚਾ ਦਿੱਤਾ। ਸਤਿਗੁਰੂ ਜੀ ਮਹਾਰਾਜ ਜੀ ਨੇ ਸੰਦੇਸ਼ ਸੁਣ ਕੇ ਹਜੂਰੀਏ ਸਿੱਖ ਦੀ ਡਿਊਟੀ ਆਏ 5 ਨਕਲੀ ਬੇਦੀ ਵੰਸ਼ੀਆਂ ਦੀ ਟਹਿਲ ਸੰਭਾਲ, ਆਰਾਮ, ਭੋਜਨ, ਆਸਣ ਦਾ ਪ੍ਰਬੰਧ ਕਰਨ ਲਈ ਲਗਾ ਦਿੱਤੀ। ਗੁਰਸਿੱਖਾਂ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਪੂਰੀ ਸੇਵਾ ਨਿਭਾਈ। ਅਗਲੇ ਦਿਨ ਸੁਬਾਹ ਇਸ਼ਨਾਨ ਪਾਣੀ ਕਰਕੇ ਬਨੌਟੀ ਬੇਦੀਆਂ ਨੇ ਸੇਵਾਦਾਰਾਂ ਰਾਹੀਂ ਵਿਦਾ ਹੋਣ ਦੀ ਆਗਿਆ ਮੰਗੀ। ਗੁਰਸਿੱਖ ਸੇਵਾਦਾਰ ਨੇ ਆਏ ਮਹਿਮਾਨਾਂ ਦਾ ਸੰਦੇਸ਼ ਸਤਿਗੁਰਾਂ ਨੂੰ ਸੁਣਾਇਆ। ਸਤਿਗੁਰਾਂ ਨੇ ਵਿਦਾਇਗੀ ਲਈ ਫਰਮਾਨ ਕੀਤਾ ਕਿ ਭਾਈ ਪਹਿਲੀ ਰੀਤੀ ਵਾਂਗ ਬੇਦੀ ਲੜਕਿਆਂ ਨੂੰ ਸਤਿਕਾਰਿਆ ਜਾਵੇ। ਸਤਿਗੁਰੂ ਜੀ ਮਹਾਰਾਜ ਦੇ ਹੁਕਮ ਅਨੁਸਾਰ ਗੁਰਸਿੰਘਾਂ ਨੇ ਜਿਹੜੀ ਪੁਰਾਣੀ ਰੀਤੀ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ 5 ਘੋੜੇ, 5 ਤਲਵਾਰਾਂ, 5 ਪੁਸ਼ਾਕਾਂ ਤੇ 500 ਮੋਹਰਾਂ ਭੇਟਾ ਕੀਤੀ। ਭੇਟਾ ਲੈ ਕੇ 5 ਬਨੌਟੀ ਬੇਦੀ ਵੰਸ਼ੀ ਅਨੰਦਪੁਰ ਸਾਹਿਬ ਤੋਂ ਬਾਹਰ ਇਕਾਂਤ ਵਿੱਚ ਜਾ ਕੇ 5 ਸਾਥੀਆਂ ਨੇ ਰਲ ਕੇ ਗੁਰੂ ਕੀ ਨਿੰਦਾ ਤੇ ਤਰਕਵਾਦ ਸ਼ੁਰੂ ਕਰ ਦਿੱਤਾ। ਸੋਨੀ ਭਗਤ ਨੇ ਕਿਹਾ ਕਿ ਮੇਰੇ ਸਾਥੀਓ, ਸੁਣੋ ਮੇਰੀ ਗੱਲ। ਲੋਕ ਕੀਰਤੀ ਕਰਦੇ ਹਨ ਕਿ ਗੁਰੂ ਦਸ਼ਮੇਸ਼ ਪਿਤਾ ਜੀ 10ਵੇਂ ਗੁਰੂ ਨਾਨਕ ਸਾਹਿਬ ਹਨ ਤੇ ਗੁਰੂ ਨਾਨਕ ਜੀ ਵਾਂਗ ਅੰਤਰਜਾਮੀ ਹਨ। ਜੇ ਗੁਰੂ ਜੀ ਅੰਤਰਜਾਮੀ ਹੁੰਦੇ ਤਾਂ ਆਪਾਂ ਨੂੰ ਇਤਨੀਆਂ ਵਸਤੂਆਂ ਕਿਉਂ ਦਿੰਦੇ। ਲੋਕੀ ਭੋਲੇ ਭਾਲੇ ਕਮਲੇ ਨੇ ਜਿਹੜੇ ਗੁਰਾਂ ਨੂੰ 10ਵਾਂ ਗੁਰੂ ਨਾਨਕ ਕਹਿੰਦੇ ਨੇ। ਜਦੋਂ ਇਹ ਗੱਲ ਦੂਜੇ, ਤੀਜੇ, ਚੌਥੇ ਸਾਥੀ ਨੇ ਸੁਣੀ ਤਾਂ ਉਹ ਵੀ ਅਬੋਲ ਸ਼ਬਦ ਬਕਵਾਦ ਕਰਨ ਲੱਗੇ ਕਿ ਤੇਰੀ ਗੱਲ ਸਹੀ ਹੈ। ਅਗਰ ਗੁਰੂ ਜੀ ਜਾਣੀ ਜਾਣ ਹੁੰਦੇ ਤਾਂ ਆਪਣੀ ਕੁਟਲਤਾ, ਚੋਰੀ ਬਨਾਵਟ ਫੜ ਲੈਂਦੇ ਤੇ ਪੂਜਾ ਕਿਉਂ ਕਰਦੇ। ਇਸ ਤਰ੍ਹਾਂ ਬਾਹਰ ਚਰਚਾ ਬਨੌਟੀ ਬੇਦੀਆਂ ਦੀ ਚੱਲਦੀ ਸੀ। ਉਧਰ ਜਾਣੀ ਜਾਣ ਸਤਿਗੁਰੂ, ਜਿਵੇਂ ਕਿ ਗੁਰਬਾਣੀ ਦਾ ਵੀ ਫਰਮਾਨ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਜਾਣੀ ਜਾਣ ਸਤਿਗੁਰੂ ਜੀ ਮਹਾਰਾਜ ਜੀ ਨੇ ਦੀਵਾਨ ਵਿੱਚ ਸਜੇ ਹੋਇਆਂ ਨੇ ਹੁਕਮ ਕੀਤਾ ਕਿ ਭਾਈ ਜਿਹੜੇ ਪ੍ਰੇਮੀਆਂ ਨੂੰ ਬੇਦੀ ਸਮਝ ਕੇ ਵਸਤੂਆਂ ਭੇਟ ਕੀਤੀਆਂ ਹਨ ਉਹ ਸਾਰੀਆਂ ਵਸਤੂਆਂ ਖੋਹ ਕੇ ਲਿਆਓ, ਉਹਨਾਂ ਨੂੰ ਖਾਲੀ ਕਰਕੇ ਊਨੇ ਵੱਲ ਤੋਰ ਦਿਓ। ਸਿੰਘਾਂ ਨੇ ਨਾਲ ਦੀ ਨਾਲ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਛੇਤੀ ਹੀ ਕੁਝ ਫਾਸਲੇ ਤੇ ਜਾ ਕੇ ਉਹਨਾਂ ਨੂੰ ਘੇਰ ਲਿਆ। ਗੁਰਸਿੰਘਾਂ ਨੇ ਸਭ ਵਸਤੂਆਂ ਭੇਟਾਵਾਂ ਖੋਲੀਆਂ ਤੇ ਝਾਟਾ ਛਕਾ ਕੇ ਤੋਰ ਦਿੱਤੇ ਅਤੇ ਆਪ ਵਸਤੂਆਂ ਭੇਟਾ ਲਿਆ ਕੇ ਸਤਿਗੁਰਾਂ ਅੱਗੇ ਰੱਖ ਦਿੱਤੀਆਂ। 5 ਪੱਥ ਲਥਿਤ ਨੌਜਵਾਨ ਰੋਂਦੇ ਕਰਲਾਉਂਦੇ ਊਨੇ ਸ਼ਹਿਰ ਬਾਬਾ ਕਲਾਧਾਰੀ ਜੀ ਮਹਾਰਾਜ ਕੋਲ ਸ਼ਿਕਾਇਤ ਕੀਤੀ ਕਿ ਬਾਬਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਇਤਨੀ ਉਪਮਾ ਕਰਦੇ ਹੋ, ਪਰ ਉਹਨਾਂ ਨੇ ਤਾਂ ਸਾਡੀ ਇਹ ਦਸ਼ਾ ਕੀਤੀ ਹੈ। ਪਹਿਲਾਂ ਤਾਂ ਸਾਨੂੰ ਭੇਟਾਵਾਂ ਦੇ ਦਿੱਤੀਆਂ ਅਤੇ ਬਾਅਦ ਵਿੱਚ ਸਾਡੇ ਤੋਂ ਸਾਰੀਆਂ ਭੇਟਾਵਾਂ ਖੋਹ ਵੀ ਲਈਆਂ। ਬਾਬਾ ਕਲਾਧਾਰੀ ਜੀ, ਜੋ ਕਿ ਅਸਲ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬੇਦੀ ਵੰਸ਼ ਸਨ, ਇਹ ਸ਼ਿਕਾਇਤ ਸੁਣ ਕੇ ਬਹੁਤ ਘਬਰਾਏ। ਨੌਜਵਾਨਾਂ ਦਾ ਦਿਲ ਧਰਾ ਕੇ ਦਸ਼ਮੇਸ਼ ਜੀਆਂ ਨੂੰ ਯਾਦ ਕਰਕੇ ਕਹਿੰਦੇ ਅਸੀਂ ਆਪ ਗੁਰੂ ਜੀ ਨੂੰ ਮਿਲ ਕੇ ਗੱਲਬਾਤ ਕਰਾਂਗੇ ਕਿ ਕਾਰਨ ਕੀ ਹੋਇਆ ਹੈ। ਊਨਾ ਸ਼ਹਿਰ ਬਾਬਾ ਕਲਾਧਾਰੀ ਜੀ ਪਾਸ ਦਸ਼ਮੇਸ਼ ਪਿਤਾ ਜੀ ਨੇ ਇੱਕ ਹਲਕਾਰਾ ਭੇਜਿਆ ਕਿ ਬਾਬਾ ਜੀ ਮੰਗਲਵਾਰ ਦਿਨ ਜ਼ਰੂਰ ਦਰਸ਼ਨ ਦਿਓ। ਬਾਬਾ ਕਲਾਧਾਰੀ ਜੀਆਂ ਨੇ ਸੰਦੇਸ਼ ਸੁਣ ਕੇ ਕਿਹਾ ਕਿ ਅਸੀਂ ਜ਼ਰੂਰ ਆਵਾਂਗੇ। ਹਲਕਾਰੇ ਦੀ ਆਓ ਭਗਤ ਵੀ ਪੂਰੀ ਕੀਤੀ। ਹਲਕਾਰਾ ਸੁਨੇਹਾ ਲੈ ਕੇ ਅਨੰਦਪੁਰ ਸਾਹਿਬ ਵਾਪਸ ਪਹੁੰਚਿਆ। ਬਾਬਾ ਕਲਾਧਾਰੀ ਜੀ ਨੇ ਮੰਗਲਵਾਰ ਨੂੰ ਊਨਾ ਸ਼ਹਿਰ ਤੋਂ ਤਿਆਗ ਕੀਤਾ ਤੇ ਭਬੌਰ ਸਾਹਿਬ ਮਾਨ ਸਰੋਵਰ ਤੇ ਸਜ ਗਏ। ਇੱਧਰ ਦਸ਼ਮੇਸ਼ ਪਿਤਾ ਜੀ ਵੀ ਸਿੰਘਾਂ ਨਾਲ ਤਿਆਰ ਹੋ ਕੇ ਬਾਬਾ ਜੀ ਕੋਲ ਦਰਸ਼ਨਾਂ ਲਈ ਆਏ। ਬਚਨ ਸ਼ੁਰੂ ਹੋਏ। ਹਜੂਰ ਨੇ ਪੁੱਛਿਆ ਕਿ ਬਾਬਾ ਜੀ ਆਪ ਕਈ ਮੰਗਲਵਾਰ ਦਰਸ਼ਨ ਨਹੀਂ ਦਿੱਤੇ। ਤਾਂ ਬਾਬਾ ਜੀ ਨੇ ਆਖਿਆ ਕਿ ਦਸ਼ਮੇਸ਼ ਜੀ ਹੁਣ ਗੁਰੂ ਘਰ ਵਿੱਚ ਬੇਦੀਆਂ ਦਾ ਪੂਰਾ ਸਤਿਕਾਰ ਨਹੀਂ ਰਿਹਾ। ਹਜੂਰ ਨੇ ਪੁੱਛਿਆ ਬਾਬਾ ਜੀ ਕੀ ਕਾਰਨ ਹੋਇਆ ਹੈ। ਬਾਬਾ ਜੀ ਨੇ ਉੱਤਰ ਦਿੱਤਾ, ਕਿਹਾ ਕਿ ਤੁਹਾਡੇ ਕੋਲ ਸਾਡੇ ਸ਼ਹਿਰ ਦੇ ਬੱਚੇ ਆਏ ਸੀ, ਤੁਸੀਂ ਹੀ ਵਸਤੂਆਂ ਦਿੱਤੀਆਂ ਸਨ ਅਤੇ ਤੁਸੀਂ ਆਪ ਦੇ ਸਿੰਘਾਂ ਰਾਹੀਂ ਕੁੱਟਮਾਰ ਕਰਕੇ ਵਸਤੂਆਂ ਖੋਹ ਵੀ ਲਈਆਂ। ਬੇਇੱਜ਼ਤੀ ਕਰਕੇ ਉਹਨੇ ਸ਼ਹਿਰ ਨੂੰ ਤੋੜ ਦਿੱਤੇ। ਉਹਨਾਂ ਨੇ ਜਾ ਕੇ ਸਾਨੂੰ ਉਹ ਲਾਂਭਾ ਦਿੱਤਾ ਕਿ ਸਾਡੀ ਨਰਾਦਰੀ ਕੀਤੀ ਗਈ ਹੈ। ਅਸੀਂ ਵੀ ਨਾਰਾਜ਼ ਹੋ ਗਏ, ਇਸ ਕਰਕੇ ਅਸੀਂ ਇੰਨੇ ਮੰਗਲਵਾਰ ਨਹੀਂ ਆਏ। ਸਤਿਗੁਰਾਂ ਨੇ ਬਾਬਾ ਕਲਾਧਾਰੀ ਜੀ ਨੂੰ ਉੱਤਰ ਵਿੱਚ ਕਿਹਾ,
ਬਾਬਾ ਜੀ ਬੇਦੀਆਂ ਦਾ ਸਤਿਕਾਰ ਗੁਰੂ ਘਰ ਵਿੱਚ ਜਿਉਂ ਦਾ ਤਿਉਂ ਹੀ ਹੈ, ਪਰ ਉਹਨਾਂ ਨੇ ਝੂਠ ਬੋਲਿਆ ਹੈ। ਜੇ ਬੇਦੀਆਂ ਦਾ ਸਤਿਕਾਰ ਹੈ ਤਾਂ ਹੀ ਉਹ 5 ਘੋੜੇ, 5 ਤਲਵਾਰਾਂ, 5 ਪੁਸ਼ਾਕਾਂ ਅਤੇ 500 ਮੋਹਰਾਂ ਭੇਟਾ ਕੀਤੀਆਂ ਸਨ। ਪਰ ਜਦੋਂ ਉਹਨਾਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ ਤੇ ਕਿਹਾ ਕਿ ਗੁਰੂ ਜਾਣ ਹੀ ਜਾਣ ਨਹੀਂ ਹੈ, ਜਦੋਂ ਗੁਰੂ ਘਰ ਦੀ ਉਸਤਤ ਨਾ ਕੀਤੀ, ਬੇਮੁਖਤਾਈ ਪ੍ਰਗਟ ਕਰਨ ਲੱਗੇ ਤਾਂ ਵਸਤੂਆਂ ਬਾਬਾ ਜੀ ਤਾਂ ਖੋਈਆਂ ਸੀ। ਜਦੋਂ ਬਾਬਾ ਕਲਾਧਾਰੀ ਜੀ ਨੇ ਅਟੱਲ ਸੱਚਾਈ ਦਸ਼ਮੇਸ਼ ਜੀ ਪਾਸੋਂ ਸੁਣੀ ਤਾਂ ਬਹੁਤ ਖੁਸ਼ ਹੋਏ ਤੇ ਆਖਿਆ, ਦਸ਼ਮੇਸ਼ ਜੀ ਮਹਾਰਾਜ, ਤੁਹਾਡੇ ਤੇ ਸਾਡੀ ਪੂਰਨ ਖੁਸ਼ੀ ਤਾਂ ਹੋਵੇਗੀ ਜੇ ਤੁਸੀਂ ਹੁਣ ਸੋਢੀਆਂ ਵਿੱਚੋਂ ਆ ਕੇ ਬੇਦੀਆਂ ਵਿੱਚ ਅਵਤਾਰ ਧਾਰਨ ਕਰੋਗੇ। ਸਾਡੇ ਘਰ ਹੀ ਅਵਤਾਰ ਧਾਰੋ। ਉਸ ਸਮੇਂ ਦਸ਼ਮੇਸ਼ ਪਿਤਾ ਜੀ ਨੇ ਬਚਨ ਕੀਤਾ ਕਿ ਬਾਬਾ ਜੀ, ਅਸੀਂ ਹੁਣ ਵੀ ਸਰੀਰ ਬਦਲ ਕੇ ਆਪ ਜੀ ਦੇ ਘਰ ਆ ਸਕਦੇ ਹਾਂ, ਪਰ ਜਿਹੜੇ ਕੰਮ ਦੇਸ਼, ਕੌਮ, ਧਰਮ ਦੀ ਖਾਤਰ ਯੁੱਧ ਤੇ ਖਾਲਸਾ ਸਜਾਉਣਾ ਹੈ, ਉਹਨਾਂ ਕੰਮਾਂ ਕਾਜਾਂ ਵਿੱਚ ਪਛੜ ਜਾਵਾਂਗੇ। ਅਕਾਲ ਪੁਰਖ ਦੇ ਹੁਕਮ ਵਿੱਚ ਦੇਰ ਹੋ ਜਾਵੇਗੀ। ਇਸ ਵਾਰ ਸਾਨੂੰ ਸੰਤ ਉਬਾਰਨ, ਦੁਸ਼ਟ ਸੰਘਾਰਨ ਦਾ ਪਹਿਰਾ ਕਰ ਲੈਣ ਦਿਓ। ਆਉਣ ਵਾਲੇ ਸਮੇਂ ਇਸ ਜਾਮੇ ਤੋਂ ਬਾਅਦ ਅਸੀਂ 74 ਜਾਮੇ ਸੰਤ ਰੂਪ ਆਵਾਂਗੇ, ਗੁਰੂ ਬਣ ਕੇ ਨਹੀਂ ਆਵਾਂਗੇ। ਗੁਰੂ ਨਾਨਕ ਘਰ ਦਾ ਹੀ ਸੇਵਾ ਸੰਭਾਲ ਪ੍ਰਚਾਰ ਦਾ ਕੰਮ ਕਰਾਂਗੇ। ਬਾਬਾ ਕਲਾਧਾਰੀ ਜੀ ਇਹ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ। ਉਪਰੰਤ ਸਤਿਗੁਰਾਂ ਨੇ 100 ਸਾਖੀ ਵਿੱਚ ਬਾਬਾ ਰਾਮ ਕੋਇਰ ਜੀ ਨਾਲ ਭਵਿੱਖਤ ਸਮੇਂ ਵਾਸਤੇ 74 ਸੰਤ ਸਿੱਖ ਜਾਮਿਆਂ ਦਾ ਅਵਤਾਰ ਧਾਰਨ ਲਈ ਉਹਨਾਂ ਸੰਤਾਂ ਦੇ ਮਹਾਂਪੁਰਖਾਂ ਦੇ ਨਾਮ ਵਰਣਨ ਕੀਤੇ ਹਨ। ਕੁਝ ਨਾਮ ਭਾਈ ਗੁਰਦਾਸ ਜੀ, ਦੂਜੇ ਆਪ ਦੇ ਸਮੇਂ ਦਾ ਉਹਨਾਂ ਨੂੰ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਵਿੱਚ ਨਾਮ ਲਿਖਵਾਏ ਅਤੇ ਇਹ ਵਾਰਾਂ ਭਾਈ ਗੁਰਦਾਸ ਜੀ ਤੋਂ ਗਾਇਨ ਕਰਵਾਈਆਂ। ਉਹਨਾਂ ਦਾ ਤਾਤਪਰਯ ਹੁਣ ਪ੍ਰਤੱਖ ਪ੍ਰਮਾਣ ਹੈ। ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਬਾਬਾ ਰਾਮ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਸ਼੍ਰੀ ਹਜ਼ੂਰ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਸ਼੍ਰੀ ਹਜ਼ੂਰ ਸੰਤ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ। ਗੁਰੂ ਘਰਾਂ ਦੀ ਸੇਵਾ ਦਾ ਵੇਰਵਾ ਸ਼੍ਰੀਮਾਨ ਸੰਤ ਬਾਬਾ ਬੀਰਮਦਾਸ ਜੀ ਮਹਾਰਾਜ ਬਧੌਸ਼ੀ ਵਾਲੇ, ਬਾਬਾ ਕਲਾਧਾਰੀ ਜੀ ਮਹਾਰਾਜ ਰਾਮਗੜ੍ਹ ਵਾਲੇ। ਕਾਰ ਸੇਵਾ ਬਾਬਾ ਗੁਰਮੁਖ ਦਾਸ ਜੀ ਦੇ ਹਿੱਸੇ ਆਈ। ਹੋਤੀ ਮਰਦਾਨ ਵਾਲਿਆਂ ਦੀ ਸ਼ਾਖਾ ਨਾਮ ਜਪਾਉਣਾ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ, ਬਾਬਾ ਖੁਦਾ ਸਿੰਘ ਜੀ ਮਹਾਰਾਜ, ਸ਼੍ਰੀਮਾਨ ਹਜ਼ੂਰ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਸ਼੍ਰੀਮਾਨ ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ, ਸ਼੍ਰੀ ਹਜ਼ੂਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ। ਖੇਤੀਬਾੜੀ ਲੰਗਰ ਦੀ ਸੇਵਾ ਸੰਤ ਬਾਬਾ ਭਗਵਾਨ ਸਿੰਘ ਜੀ ਅਤੇ ਕੀਰਤਨ ਦੀ ਬਹੁਤ ਵੱਡੀ ਸੇਵਾ ਮਹਾਨ ਤਪਸਵੀ ਰਾਜੇ ਜੋਗੀ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਹਿੱਸੇ ਆਈ। ਜੇ ਆਪਾਂ ਇਤਿਹਾਸ ਦੀਆਂ ਗੱਲਾਂ ਨੂੰ ਜੋੜ ਕੇ ਦੇਖੀਏ ਤਾਂ ਗੱਲ ਇਹੀ ਬਣਦੀ ਹੈ ਕਿ ਜਿਹੜੇ ਵੀ ਇਹ ਮਹਾਂਪੁਰਖ ਸੰਸਾਰ ਵਿੱਚ ਵਿਚਰੇ, ਇਹ ਸਾਰੇ ਹੀ ਗੁਰੂ ਸਾਹਿਬ ਜੀ ਦਾ ਹੀ ਰੂਪ ਸਨ। ਇਹਨਾਂ ਮਹਾਂਪੁਰਖਾਂ ਦੇ ਰੂਪ ਵਿੱਚ ਹੀ ਗੁਰੂ ਸਾਹਿਬ ਜੀ ਨੇ ਆਪਣਾ ਬਚਨ ਪੂਰਾ ਕੀਤਾ, ਜੋ ਕਿ ਆਪਾਂ ਪਿੱਛੇ ਸੁਣ ਕੇ ਆਏ ਹਾਂ ਕਿ ਗੁਰੂ ਸਾਹਿਬ ਜੀ 74 ਜਾਮੇ ਧਾਰਨ ਕਰਨਗੇ ਗੁਰੂ ਘਰ ਦੇ ਮਹਾਂਪੁਰਖਾਂ ਦੇ ਰੂਪ ਵਿੱਚ, ਜਿਸ ਵਿੱਚ ਗੁਰੂ ਸਾਹਿਬ ਜੀ ਸਿੱਖੀ ਪ੍ਰਚਾਰ, ਲੰਗਰਾਂ ਦੀ ਸੇਵਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਨਗੇ।